ਹੈਲੋ ਸਟੂਡੈਂਟਸ, ਅੱਜ ਆਪਾਂ ਪਿਛਲੀ ਕਲਾਸ ਦੇ ਵਿੱਚ ਪਹਿਲਾਂ ਕੀਤਾ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਕਵਿਤਾ ਸਿਮਲ ਰੁੱਖ ਸਰਾਇਆ। ਉਹਦੇ ਆਪਾਂ ਕੀਤੇ ਸੀ ਭਾਵ ਅਰਥ ਕੀਤਾ ਸੀ, ਕਵਿਤਾ ਦੀਆਂ ਲਾਈਨਾਂ ਦੇ ਭਾਵ ਅਰਥ। ਅੱਜ ਆਪਾਂ ਉਹਨਾਂ ਦੇ ਪ੍ਰਸ਼ਨ ਉੱਤਰ ਕਰਾਂਗੇ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕਵਿਤਾ ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਿਮਲ ਰੁੱਖ ਸਰਾਇਆ ਕਵਿਤਾ ਕੀਤੀ ਸੀ, ਉਹਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਸਾਰੀ ਕਵਿਤਾ ਦਾ ਸਾਰ, ਉਹਦਾ ਅੱਜ ਆਪਾਂ ਸਾਰ ਕਰਾਂਗੇ ਵੀ ਕੀ ਕਹਿਣਾ ਚਾਹੁੰਦੇ ਸਨ। ਹਾਂਜੀ, ਇਹਦੀ ਵਿਸ਼ੇਸ਼ ਟਿੱਪਣੀ ਹੈ, ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਨਿਵ ਕੇ ਰਹਿਣ ਵਿੱਚ ਹੀ ਮਿਠਾਸ ਹੈ। ਮਤਲਬ ਵੀ ਸਾਨੂੰ ਝੁਕ ਕੇ ਕਿਸੇ ਨਾਲ ਜੇ ਨਿਮਰਤਾ ਦੇ ਨਾਲ ਰਹਿਣਾ, ਉਹਦੇ ਵਿੱਚ ਹੀ ਮਿਠਾਸ ਹੈ ਅਤੇ ਇਹ ਸਾਰੇ ਹੀ ਗੁਣਾਂ ਦਾ ਸਾਰ ਹੈ। ਆਪਣੇ ਸਵਾਰਥ ਲਈ ਤਾਂ ਹਰ ਕੋਈ ਝੁਕਦਾ ਹੈ, ਪਰ ਦੂਜਿਆਂ ਦੇ ਸਵਾਰਥ ਲਈ ਕੋਈ ਝੁਕਦਾ ਨਹੀਂ। ਕਹਿੰਦੇ ਜਦੋਂ ਆਪਾਂ ਨੂੰ ਕੋਈ ਮਤਲਬ ਕੱਢਣਾ ਹੁੰਦਾ ਹੈ ਤਾਂ ਆਪਾਂ ਅਗਲੇ ਅੱਗੇ ਝੁਕ ਜਾਂਦੇ ਹਾਂ, ਪਰੰਤੂ ਆਪਦੇ ਮਤਲਬ ਲਈ ਤਾਂ ਹਰ ਕੋਈ ਝੁਕਦਾ ਹੈ, ਪਰੰਤੂ ਜਦੋਂ ਦੂਜੇ ਦੀ ਲੋੜ ਹੈ, ਦੂਜਿਆਂ ਦੀ ਲੋੜ ਨੂੰ ਪੂਰਾ ਕਰਨ ਲਈ ਅਸੀਂ ਝੁਕਦੇ ਹਾਂ ਤਾਂ ਉਹ ਹੀ ਅਸਲੀ ਝੁਕਣਾ ਹੁੰਦਾ ਹੈ। ਸਾਡੇ ਅੰਦਰ ਨਿਸ਼ਾਨਾ ਬੰਨ੍ਹਣ ਵਾਲੇ ਸ਼ਿਕਾਰੀ ਦੇ ਨਿਵਣ ਵਾਲੀ ਨਿਮਰਤਾ ਨਹੀਂ, ਸਗੋਂ ਮਨ ਦੀ ਨਿਮਰਤਾ ਹੋਣੀ ਚਾਹੀਦੀ ਹੈ। ਕਹਿੰਦੇ ਜਿਸ ਤਰ੍ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਵੀ ਕੋਈ ਇੱਕ ਸ਼ਿਕਾਰੀ ਹੈ, ਸ਼ਿਕਾਰ ਕਰਨ ਲਈ ਝੁਕਦਾ ਹੈ, ਪਰੰਤੂ ਜੇ ਉਹ ਝੁਕਦਾ ਹੈ ਇਹਦਾ ਮਤਲਬ ਇਹ ਨਹੀਂ ਵੀ ਉਹਦੇ ਅੰਦਰ ਨਿਮਰਤਾ ਹੈ, ਸਗੋਂ ਉਹਦੇ ਅੰਦਰ ਕੀ ਹੁੰਦਾ, ਖੋਟ ਹੁੰਦਾ, ਉਹਨੇ ਸ਼ਿਕਾਰ ਕਰਨਾ ਹੁੰਦਾ ਹੈ। ਤਾਂ ਸਾਡੇ ਵਿੱਚ ਨਿਮਰਤਾ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ? ਇੱਕ ਸ਼ਿਕਾਰੀ ਵਰਗੀ ਨਿਮਰਤਾ ਨਹੀਂ ਹੋਣੀ ਚਾਹੀਦੀ, ਬਲਕਿ ਸਾਨੂੰ ਆਪਣੇ ਮਨ ਨੂੰ ਝੁਕਾਉਣ ਵਾਲੀ ਨਿਮਰਤਾ ਲਿਆਉਣੀ ਚਾਹੀਦੀ ਹੈ। ਜੇ ਮਨ ਵਿੱਚ ਖੋਟ ਹੈ ਤਾਂ ਸਿਰ ਨਿਵਾਉਣ ਦਾ ਕੋਈ ਲਾਭ ਨਹੀਂ। ਉਹ ਜਿਸ ਤਰ੍ਹਾਂ ਆਪਾਂ ਮੰਦਰ ਗੁਰਦੁਆਰੇ ਵੀ ਜਾਂਦੇ ਹਾਂ, ਆਪਾਂ ਮੱਥਾ ਟੇਕਦੇ ਹਾਂ, ਤਾਂ ਪਰੰਤੂ ਆਪਣੇ ਜੇ ਮਨ ਦੇ ਵਿੱਚ ਖੋਟ ਹੈ, ਆਪਣੇ ਮਨ ਦੇ ਵਿੱਚ ਮੈਲ ਹੈ, ਤਾਂ ਇਸ ਤਰ੍ਹਾਂ ਦੇ ਸਿਰ ਝੁਕਾਉਣ ਦਾ ਕੋਈ ਵੀ ਲਾਭ ਨਹੀਂ। ਇਸ ਤਰ੍ਹਾਂ ਸਿਰ ਝੁਕਾਉਣ ਦੇ ਨਾਲ ਸਾਡੇ ਵਿੱਚ ਨਿਮਰਤਾ ਅਤੇ ਮਿਠਾਸ ਨਹੀਂ ਆ ਸਕਦੀ। ਅੱਜ ਆਪਾਂ ਇਹਦੇ ਨਾਲ ਸੰਬੰਧਿਤ ਛੋਟੇ ਪ੍ਰਸ਼ਨ ਉੱਤਰ ਪਹਿਲਾਂ ਕਰਾਂਗੇ। ਹਾਂਜੀ, ਜਿਹੜਾ ਇਹ ਸਿਮਲ ਰੁੱਖ ਸਰਾਇਆ ਹੈ, ਇਹ ਸ਼ਬਦ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਕਿਹੜੀ ਬਾਣੀ ਵਿੱਚੋਂ ਲਿਆ ਗਿਆ ਹੈ? ਆਸਾ ਦੀ ਵਾਰ। ਸਿਮਲ ਦਾ ਰੁੱਖ ਕਿਹੋ ਜਿਹਾ ਹੁੰਦਾ ਹੈ? ਸਿਮਲ ਦਾ ਰੁੱਖ ਸਿੱਧਾ, ਉੱਚਾ, ਲੰਮਾ, ਮੋਟਾ, ਭਾਵ ਫੈਲਿਆ ਹੋਇਆ ਹੁੰਦਾ ਹੈ। ਮਤਲਬ ਬਹੁਤ ਉੱਚਾ, ਲੰਮਾ, ਸਿੱਧਾ, ਦੇਖਣ ਨੂੰ ਐਂ ਲੱਗਦਾ ਵੀ ਪਤਾ ਨਹੀਂ ਇਸ ਤੋਂ ਵੱਡਾ ਵਧੀਆ ਕੋਈ ਦਰਖਤ ਹੀ ਨਹੀਂ ਹੋ ਸਕਦਾ। ਮਨੁੱਖ ਲਈ ਸਭ ਤੋਂ ਚੰਗਾ ਗੁਣ ਕਿਹੜਾ ਹੈ? ਮਨੁੱਖ ਲਈ ਸਭ ਤੋਂ ਚੰਗਾ ਗੁਣ ਮਿਠਾਸ ਅਤੇ ਨਿਮਰਤਾ ਹੈ। ਨਿਵ ਕੇ ਰਹਿਣ ਤੋਂ ਕੀ ਭਾਵ ਹੈ? ਵੈਰੀ ਇੰਪੋਰਟੈਂਟ ਕੁਐਸਚਨ। ਨਿਵ ਕੇ ਰਹਿਣ ਤੋਂ ਭਾਵ ਹੈ ਮਨ ਦੀ ਨਿਮਰਤਾ। ਨਿਵ ਕੇ ਰਹਿਣਾ ਮਤਲਬ ਮਨ ਦੀ ਨਿਮਰਤਾ ਤੋਂ ਹੈ, ਨਾ ਕਿ ਸਰੀਰ ਦੀ ਨਿਮਰਤਾ ਤੋਂ। ਮਤਲਬ ਸਰੀਰ ਨੂੰ ਝੁਕਾ ਕੇ ਜੇ ਆਪਾਂ ਕਹਿ ਦਈਏ ਵੀ ਆਪਣੇ 'ਚ ਨਿਮਰਤਾ ਆ ਜਾਊਗੀ, ਨਹੀਂ। ਜਿੰਨੀ ਦੇਰ ਅਸੀਂ ਅੰਦਰੋਂ ਨਹੀਂ ਝੁਕ ਜਾਂਦੇ, ਆਪਣੇ ਮਨ ਵਿੱਚ ਨਿਮਰਤਾ ਨਹੀਂ ਲਿਆਉਂਦੇ, ਤਾਂ ਸਰੀਰ ਨੂੰ ਝੁਕਾਉਣ ਦੇ ਨਾਲ ਨਿਮਰਤਾ ਨਹੀਂ ਆ ਸਕਦੀ। ਸ਼ਿਕਾਰੀ ਕਿਸ ਤਰ੍ਹਾਂ ਸ਼ਿਕਾਰ ਕਰਦਾ ਹੈ? ਸ਼ਿਕਾਰੀ ਆਪਣੇ ਸਰੀਰ ਨੂੰ ਝੁਕਾ ਕੇ ਸ਼ਿਕਾਰ ਕਰਦਾ ਹੈ, ਪਰ ਉਸ ਦੇ ਮਨ ਵਿੱਚ ਖੋਟ ਹੁੰਦਾ ਹੈ। ਤਾਂ ਇਸ ਤਰ੍ਹਾਂ ਦੇ ਮਨ ਵਿੱਚ ਖੋਟ ਰੱਖ ਕੇ ਕਿਸੇ ਵੀ ਇਨਸਾਨ ਦੇ ਅੰਦਰ ਨਿਮਰਤਾ ਨਹੀਂ ਆ ਸਕਦੀ। ਇਸ ਤੋਂ ਬਾਅਦ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਦੂਸਰੀ ਕਵਿਤਾ ਹੈ ਦੁੱਖ ਦਾਰੂ ਸੁਖ ਰੋਗ ਪਿਆ, ਜਿਹੜਾ ਕਿ ਆਪਣੇ ਸਿਲੇਬਸ ਦੇ ਵਿੱਚ ਨਹੀਂ ਹੈ, ਇਹ ਆਪਾਂ ਕੱਟ ਕਰਾਂਗੇ, ਇਸ ਲਈ ਇਸ ਦੇ ਆਪਾਂ ਭਾਵ ਅਰਥ ਤੇ ਪ੍ਰਸ਼ਨ ਉੱਤਰ ਨਹੀਂ ਕਰਾਂਗੇ। ਇਸ ਤੋਂ ਬਾਅਦ ਇਹਦੇ ਪ੍ਰਸ਼ਨ ਉੱਤਰ ਹੋਰ ਜਿਹੜੇ ਛੋਟੇ ਪ੍ਰਸ਼ਨ ਹੈਗੇ ਆ, ਹੋਰ ਆਪਾਂ ਇਹਦੇ ਕਰਾਂਗੇ ਪ੍ਰੀਖਿਆ ਉਪਯੋਗੀ ਹੋਰ ਪ੍ਰਸ਼ਨ ਉੱਤਰ। ਹਾਂਜੀ, ਪਹਿਲਾ ਕੁਐਸਚਨ, ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸੰਬੰਧ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਕਿਹੜੇ ਗੁਰਮਤਿ ਕਾਵਧਾਰਾ ਦੇ ਨਾਲ ਸੰਬੰਧਿਤ ਹੈ? ਆਧੁਨਿਕ ਕਾਵਧਾਰਾ, ਸੂਫੀ ਕਾਵਧਾਰਾ, ਬੀਰ ਕਾਵਧਾਰਾ, ਗੁਰਮਤਿ ਕਾਵਧਾਰਾ। ਜਿਸ ਤਰ੍ਹਾਂ ਆਪਾਂ ਪਹਿਲਾਂ ਬਾਬਾ ਸ਼ੇਖ ਫਰੀਦ ਜੀ ਬਾਰੇ ਕੀਤਾ ਸੀ, ਬਾਬਾ ਸ਼ੇਖ ਫਰੀਦ ਜੀ ਕਿਸ ਕਾਵ ਨਾਲ ਸੰਬੰਧਿਤ ਸੀ? ਸੂਫੀ ਕਾਵ ਨਾਲ। ਹੁਣ ਆਪਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਪੜ੍ਹ ਰਹੇ ਹਾਂ, ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸੰਬੰਧ ਕਿਹਨਾਂ ਨਾਲ ਹੈ? ਗੁਰਮਤਿ ਕਾਵ ਨਾਲ। ਗੁਰੂਆਂ ਨਾਲ ਸੰਬੰਧਿਤ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ, ਇਸ ਕਰਕੇ ਇਹ ਗੁਰਮਤਿ ਕਾਵ ਨਾਲ ਸੰਬੰਧਿਤ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਜੀਵਨ ਅਰਪਣ ਕੀਤਾ, ਕਿਸ ਚੀਜ਼ ਲਈ ਅਰਪਣ ਕੀਤਾ? ਮਨੁੱਖੀ ਭਲਾਈ ਲਈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੀ ਗਿਣਤੀ ਕਿੰਨੀਆਂ ਉਦਾਸੀਆਂ ਕੀਤੀਆਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ? ਸਾਰਿਆਂ ਨੇ ਬੱਚਿਆਂ ਨੇ ਪੜ੍ਹਿਆ ਹੋਇਆ, 4 ਉਦਾਸੀਆਂ ਕੀਤੀਆਂ, 4 ਦਿਸ਼ਾਵਾਂ ਵਿੱਚ 4 ਉਦਾਸੀਆਂ ਕੀਤੀਆਂ। ਸਿਮਲ ਨਾਮ ਹੈ। ਸਿਮਲ ਕਿਸ ਚੀਜ਼ ਦਾ ਕੀ ਹੈ? ਸਿਮਲ ਰੁੱਖ ਸਰਾਇਆ ਆਪਾਂ ਕਵਿਤਾ ਕੀਤੀ ਹੈ ਨਾ, ਇਹ ਕਿਸ ਚੀਜ਼ ਦਾ ਨਾਮ ਹੈ? ਸਿਮਲ ਇੱਕ ਰੁੱਖ ਦਾ ਨਾਮ ਹੈ। ਸਿਮਲ ਕਿਸ ਦਾ ਨਾਮ ਹੈ? ਇੱਕ ਰੁੱਖ ਦਾ। ਹਾਂਜੀ, ਸਿਮਲ ਦਾ ਰੁੱਖ ਪ੍ਰਤੀਕ ਹੈ, ਕਿਸ ਚੀਜ਼ ਦਾ ਪ੍ਰਤੀਕ ਹੈ? ਹੰਕਾਰ ਅਤੇ ਹਉਮੈ ਦਾ, ਕਿਉਂਕਿ ਉਹ ਜਿਹੜਾ ਸਿਮਲ ਦਾ ਰੁੱਖ ਕਿਸ ਤਰ੍ਹਾਂ ਦਾ? ਉੱਚਾ, ਲੰਮਾ, ਮੋਟਾ, ਫੈਲਿਆ ਹੋਇਆ। ਮਤਲਬ ਇਸ ਤਰ੍ਹਾਂ ਦਾ ਰੁੱਖ ਹੈ ਕਿ ਉਹਦੇ ਫੁੱਲ ਫਿੱਕੇ ਆ, ਫਲ ਬਕਬਕੇ ਆ, ਇਹਦੇ ਪੱਤੇ ਵੀ ਕਿਸੇ ਕੰਮ ਨਹੀਂ ਆਉਂਦੇ, ਤਾਂ ਜਿਹੜਾ ਵੀ ਕੋਈ ਇੱਥੇ ਆਉਂਦਾ ਹੈ ਉਹ ਨਿਰਾਸ਼ ਹੋ ਕੇ ਹੀ ਜਾਂਦਾ ਹੈ। ਇਹਦਾ ਮਤਲਬ ਸਿਮਲ ਦਾ ਰੁੱਖ ਕਿਸ ਚੀਜ਼ ਦਾ ਪ੍ਰਤੀਕ ਹੈ? ਹੰਕਾਰ ਅਤੇ ਹਉਮੈ ਦਾ। ਜਿਸ ਤਰ੍ਹਾਂ ਇੱਕ ਉੱਚਾ, ਲੰਮਾ
ਆਦਮੀ ਹੈ, ਕੋਈ ਇਨਸਾਨ ਹੈ, ਪਰੰਤੂ ਉਹਦੇ ਵਿੱਚ ਕੋਈ ਗੁਣ ਨਾ ਹੋਵੇ ਤਾਂ ਉਹ ਕਿਸ ਚੀਜ਼ ਦਾ ਪ੍ਰਤੀਕ ਹੋ ਜਾਂਦਾ? ਹੰਕਾਰ ਅਤੇ ਹਉਮੈ ਦਾ। ਇਸੇ ਤਰ੍ਹਾਂ ਹੀ ਸਿੰਮਲ ਦਾ ਰੁੱਖ ਕਿਸ ਚੀਜ਼ ਦਾ ਪ੍ਰਤੀਕ ਹੈ? ਹੰਕਾਰ ਅਤੇ ਹਉਮੈ ਦਾ। ਆਪਣੇ ਮਤਲਬ ਲਈ ਹਰ ਕੋਈ ਝੁਕਦਾ ਹੈ, ਇਸ ਤੋਂ ਮਨੁੱਖ ਦਾ ਕਿਹੜਾ ਭਾਵ ਪ੍ਰਗਟ ਹੁੰਦਾ ਹੈ? ਸਵਾਰਥੀ ਹੋਣ ਦਾ। ਜਦੋਂ ਆਪਾਂ ਆਪਣੇ ਮਤਲਬ ਲਈ ਝੁਕ ਜਾਂਦੇ ਹਾਂ, ਜਦੋਂ ਆਪਾਂ ਨੂੰ ਜ਼ਰੂਰਤ ਹੁੰਦੀ ਉਦੋਂ ਝੁਕਦੇ ਹਾਂ, ਇਹਦਾ ਮਤਲਬ ਆਪਾਂ ਕੀ ਹੈ? ਸਵਾਰਥੀ ਹੈ। ਆਪਣੇ 'ਚ ਨਿਮਰਤਾ ਨਹੀਂ ਆਏਗੀ, ਉਸ ਵੇਲੇ ਆਪਾਂ ਆਪਣਾ ਸਵਾਰਥ ਪੂਰਾ ਕਰਨ ਦੇ ਲਈ ਝੁਕਦੇ ਹਾਂ। ਅਪਰਾਧੀ ਨਿਭਦਾ ਹੈ। ਅਪਰਾਧੀ ਜਿਹੜਾ ਸ਼ਿਕਾਰ ਕਰਦਾ ਹੈ ਉਹ ਅਪਰਾਧੀ ਹੈ। ਜਦੋਂ ਆਪਾਂ ਕਿਸੇ ਦਾ ਸ਼ਿਕਾਰ ਕਰਦੇ ਹਾਂ ਉਹ ਕੀ ਹੁੰਦੇ? ਅਪਰਾਧੀ ਹੁੰਦੇ ਆ। ਉਹ ਆਪਣੇ ਸਰੀਰ ਨੂੰ ਕਿੰਨਾ ਝੁਕਾਉਂਦਾ ਹੈ? ਦੁੱਗਣਾ, ਆਪਣੇ ਨਾਲੋਂ ਦੁੱਗਣਾ ਸਰੀਰ ਨੂੰ ਝੁਕਾ ਦਿੰਦਾ ਹੈ। ਸਾਰੇ ਜੀਵਾਂ ਵਿੱਚ ਪ੍ਰਕਾਸ਼ ਹੈ। ਕਿਸ ਦਾ ਪ੍ਰਕਾਸ਼ ਹੈ? ਸਾਰੇ ਜੀਵਾਂ ਵਿੱਚ ਕੌਣ ਬੈਠਾ ਹੈ? ਪਰਮਾਤਮਾ ਦਾ ਪ੍ਰਕਾਸ਼ ਹੈ। ਸੰਸਾਰ ਸਮੁੰਦਰ ਨੂੰ ਤਰਿਆ ਜਾ ਸਕਦਾ ਹੈ। ਸੰਸਾਰ ਸਮੁੰਦਰ ਕਿਸ ਤਰ੍ਹਾਂ ਤਰਿਆ ਜਾ ਸਕਦਾ ਹੈ? ਸਿਮਰਨ ਦੇ ਰਾਹੀਂ। ਹਾਂਜੀ, ਇਸ ਤੋਂ ਬਾਅਦ ਅਗਲੇ ਜਿਹੜਾ ਹੈ ਪ੍ਰਸ਼ਨ ਉਹ ਅਗਲੀ ਕਵਿਤਾ ਦੇ ਜਿਹੜੇ ਕਿ ਆਪਣੇ ਸਿਲੇਬਸ ਵਿੱਚ ਨਹੀਂ ਹੈ। ਹਾਂਜੀ, ਇਸ ਤੋਂ ਬਾਅਦ ਹੋਰ ਛੋਟੇ ਕੁਐਸਚਨ ਕਰੀਏ। ਸਿੰਮਲ ਰੁੱਖ ਸਰਾਇਰਾ ਸ਼ਲੋਕ ਕਿਸ ਕਵੀ ਦੀ ਰਚਨਾ ਹੈ? ਸ਼੍ਰੀ ਗੁਰੂ ਨਾਨਕ ਦੇਵ ਜੀ ਦੀ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਿੰਮਲ ਰੁੱਖ ਦੀ ਉਦਾਹਰਨ ਜੀਵ ਨੂੰ ਕਿਹੜਾ ਗੁਣ ਧਾਰਨ ਕਰਨ ਲਈ ਦਿੱਤੀ ਹੈ? ਮਿਠਾਸ ਅਤੇ ਨਿਮਰਤਾ। ਕਹਿੰਦੇ ਅਸੀਂ ਆਪਣਾ ਜੀਵਨ ਕਿਸ ਤਰ੍ਹਾਂ ਦਾ ਕਰਨਾ? ਸਿੰਮਲ ਰੁੱਖ ਵਰਗਾ ਨਹੀਂ ਕਰਨਾ, ਬਲਕਿ ਅਸੀਂ ਆਪਣਾ ਜੀਵਨ ਮਿਠਾਸ ਅਤੇ ਨਿਮਰਤਾ ਵਾਲਾ ਕਰਨਾ ਹੈ। ਤਾਂ ਇਸ ਲਈ ਮਿਠਾਸ ਅਤੇ ਨਿਮਰਤਾ ਲਿਆਉਣ ਲਈ ਸ਼੍ਰੀ ਗੁਰੂ ਨਾਨਕ ਦੇਵ ਜੀ ਕਿਸ ਦੀ ਉਦਾਹਰਨ ਦਿੰਦੇ ਹਨ? ਸਿੰਮਲ ਰੁੱਖ ਦੀ ਉਦਾਹਰਨ ਦਿੰਦੇ ਹਨ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸੀਸ ਨਵਾਉਣ ਲਈ ਕਿਹਾ ਹੈ ਜਾਂ ਮਨ ਨੀਵਾਂ ਕਰਨ ਦੀ ਸਿੱਖਿਆ ਦਿੱਤੀ ਹੈ? ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ ਕਿ ਸਰੀਰ ਨੂੰ ਝੁਕਾਉਣ ਦਾ ਕੋਈ ਫਾਇਦਾ ਨਹੀਂ ਜੇ ਅਸੀਂ ਆਪਣੇ ਮਨ ਨੂੰ ਨਹੀਂ ਝੁਕਾਇਆ। ਤਾਂ ਉਹਨਾਂ ਨੇ ਕਿਸ ਗੱਲ ਦੀ ਸਿੱਖਿਆ ਦਿੱਤੀ ਹੈ? ਮਨ ਨੀਵਾਂ ਕਰਨ ਦੀ ਸਿੱਖਿਆ ਦਿੱਤੀ ਹੈ। ਹਾਂਜੀ, ਅਗਲਾ ਕੁਐਸਚਨ। ਅਪਰਾਧੀ ਜਦੋਂ ਕੋਈ ਸ਼ਿਕਾਰੀ ਹੈ, ਅਪਰਾਧੀ ਦੇ ਜਾਂ ਸ਼ਿਕਾਰੀ ਦੇ ਨਿਵਨ ਵਿੱਚ ਨਿਮਰਤਾ ਹੁੰਦੀ ਹੈ ਜਾਂ ਨਹੀਂ? ਜਦੋਂ ਸ਼ਿਕਾਰੀ ਸ਼ਿਕਾਰ ਕਰਨ ਵੇਲੇ ਝੁਕਦਾ ਹੈ ਤਾਂ ਉਸਦੇ ਮਨ ਵਿੱਚ ਨਿਮਰਤਾ ਹੁੰਦੀ ਹੈ? ਨਹੀਂ, ਕਿਉਂਕਿ ਉਹ ਸ਼ਿਕਾਰ ਕਰਨ ਦੇ ਲਈ ਝੁਕਦਾ ਹੈ। ਉਸਦੇ ਮਨ ਅੰਦਰ ਕੀ ਹੁੰਦਾ? ਖੋਟ। ਬਲਿਹਾਰੀ ਕੁਦਰਤ ਵਸਿਆ ਕਿਸ ਕਵੀ ਦੁਆਰਾ ਰਚਿਤ ਹੋਇਆ? ਇਹ ਸ਼੍ਰੀ ਗੁਰੂ ਨਾਨਕ। ਇਹ ਵੀ ਆਪਣੇ ਸਿਲੇਬਸ ਦੇ ਵਿੱਚ ਨਹੀਂ ਹੈ। ਇਸ ਤੋਂ ਬਾਅਦ ਦੁਖਦਾਰੂ ਰੁੱਖ ਭੋਗ ਪਿਆ, ਇਹ ਆਪਣੇ ਸਿਲੇਬਸ ਦੇ ਵਿੱਚ ਨਹੀਂ ਹੈ। ਹਾਂਜੀ, ਆਪਾਂ ਇਸ ਤੋਂ ਸਿੰਮਲ ਰੁੱਖ ਸਰਾਇਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਿੰਨੀਆਂ ਵੀ ਕਵਿਤਾਵਾਂ ਉਹ ਜਿਹੜੀ ਵੀ ਆਉਣੀ ਹੈ ਆਪਾਂ ਨੂੰ ਸਿੰਮਲ ਰੁੱਖ ਸਰਾਇਰਾ ਆਉਣੀ ਹੈ, ਉਹ ਆਪਣੇ ਸਿਲੇਬਸ ਵਿੱਚ ਦਰਜ ਹੈ। ਆਪਾਂ ਸਿਰਫ ਉਹਦੇ ਦੇ ਆਧਾਰ 'ਤੇ ਹੀ ਪ੍ਰਸ਼ਨ ਉੱਤਰ ਕਰਾਂਗੇ। ਹਾਂਜੀ, ਹੁਣ ਵੱਡਾ ਪ੍ਰਸ਼ਨ ਹੈ। ਸਾਹਿਤਿਕ ਕਿਰਨਾਂ ਭਾਗ 1 ਪੁਸਤਕ ਵਿੱਚ ਦਰਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਲੋਕ ਸਿੰਮਲ ਰੁੱਖ ਸਰਾਇਰਾ ਵਿੱਚ ਪ੍ਰਗਟਾਏ ਗਏ ਵਿਚਾਰਾਂ 'ਤੇ ਨੋਟ ਕਰੋ। ਵੀ ਸਿੰਮਲ ਰੁੱਖ ਸਰਾਇਰਾ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਕਿਹੜੇ ਵਿਚਾਰ ਪ੍ਰਗਟ ਕੀਤੇ ਹੈ? ਇਹਨੂੰ ਤੁਸੀਂ ਆਪਾਂ ਆਪਣੀ ਭਾਸ਼ਾ ਵਿੱਚ ਵੀ ਲਿਖ ਸਕਦੇ ਹੋ। ਹਾਂਜੀ, ਤੁਸੀਂ ਇਹਨੂੰ ਬਿਆਨ ਕਰਨਾ ਹੈ। ਸਿੰਮਲ ਰੁੱਖ ਸਰਾਇਰਾ ਨਾਂ ਦੇ ਸ਼ਲੋਕ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮਿਠਾਸ ਅਤੇ ਨਿਮਰਤਾ ਦੀ ਵਡਿਆਈ ਕੀਤੀ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਸਿੰਮਲ ਦਾ ਰੁੱਖ ਬਹੁਤ ਸਿੱਧਾ, ਉੱਚਾ, ਲੰਮਾ, ਮੋਟਾ ਭਾਵ ਫੈਲਿਆ ਹੋਇਆ ਹੁੰਦਾ ਹੈ। ਇੱਥੇ ਜਿਹੜੇ ਵੀ ਪੰਛੀ ਦੇਖੋ, ਜਿਹੜੇ ਰੁੱਖਾਂ 'ਤੇ ਪੰਛੀ ਆਉਂਦੇ ਹਨ, ਇੱਥੇ ਜਿਹੜੇ ਵੀ ਪੰਛੀ ਫਲ ਦੀ ਆਸ ਲੈ ਕੇ ਆਉਂਦੇ ਹਨ ਉਹ ਨਿਰਾਸ਼ ਹੋ ਕੇ ਹੀ ਜਾਂਦੇ ਹਨ। ਜਿਹੜੇ ਵੀ ਪੰਛੀ ਇੱਥੇ ਫਲ ਦੀ ਆਸ ਲੈ ਕੇ ਆਉਂਦੇ ਹਨ ਉਹ ਨਿਰਾਸ਼ ਹੋ ਕੇ ਜਾਂਦੇ ਹਨ। ਕਿਉਂਕਿ ਇਹਨਾਂ ਦੇ ਫਲ ਫਿੱਕੇ ਅਤੇ ਫੁੱਲ ਬੇਸਵਾਦੇ ਹੁੰਦੇ ਹਨ ਅਤੇ ਇਹਨਾਂ ਦੇ ਪੱਤੇ ਵੀ ਕਿਸੇ ਦੇ ਕੰਮ ਨਹੀਂ ਆਉਂਦੇ। ਗੁਰੂ ਜੀ ਫਰਮਾਉਂਦੇ ਹਨ ਕਿ ਇਸ ਤਰ੍ਹਾਂ ਦੇ ਹੋਣ ਦਾ, ਇਸ ਤਰ੍ਹਾਂ ਦੇ ਏਡੇ ਉੱਚੇ, ਲੰਮੇ ਅਤੇ ਫੈਲੇ ਹੋਏ ਦਾ ਕੀ ਫਾਇਦਾ ਜੇ ਉਹ ਦਰਖਤ ਕਿਸੇ ਦੇ ਕੰਮ ਹੀ ਨਹੀਂ ਆਉਣਾ। ਗੁਰੂ ਜੀ ਫਰਮਾਉਂਦੇ ਹਨ ਕਿ ਨਿਭ ਕੇ ਚੱਲਣਾ ਅਰਥਾਤ ਨਿਮਰਤਾ ਧਾਰਨ ਕਰਨੀ ਹੀ ਸਾਰੇ ਗੁਣਾਂ ਭਾਵ ਚੰਗਿਆਈ ਦਾ ਸਾਰ ਹੈ। ਅਤੇ ਸਾਨੂੰ ਆਪਣਾ ਜੀਵਨ ਜਿਹੜਾ ਹੈ ਸਿੰਮਲ ਰੁੱਖ ਵਰਗਾ ਨਹੀਂ ਕਰਨਾ ਚਾਹੀਦਾ ਵੀ ਜਿਸ ਦੇ ਨਾਲ ਕਿਸੇ ਨੂੰ ਫਾਇਦਾ ਹੀ ਨਾ ਹੋਵੇ, ਬਲਕਿ ਸਾਨੂੰ ਨਿਮਰਤਾ ਅਤੇ ਮਿਠਾਸ ਮਨ ਵਿੱਚ ਲਿਆਉਣੀ ਚਾਹੀਦੀ ਹੈ ਜਿਸ ਨਾਲ ਅਸੀਂ ਕਿਸੇ ਦਾ ਭਲਾ ਕਰ ਸਕੀਏ। ਇਸ ਤਰ੍ਹਾਂ ਹੋਰ ਇਸ ਕਵਿਤਾ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਕੀ ਕਹਿੰਦੇ ਹਨ? ਸ਼੍ਰੀ ਗੁਰੂ ਨਾਨਕ ਦੇਵ ਜੀ ਇਹ ਦੱਸਦੇ ਹਨ ਕਿ ਆਪਣੇ ਮਤਲਬ ਲਈ ਤਾਂ ਸਾਰੇ ਹੀ ਝੁਕਦੇ ਹਨ, ਪਰ ਦੂਜਿਆਂ ਦੇ ਲਈ ਕੋਈ ਨਹੀਂ ਝੁਕਦਾ। ਦੇਖੋ, ਜਦੋਂ ਆਪਾਂ ਨੂੰ ਕੋਈ ਮਤਲਬ ਹੁੰਦਾ ਤਾਂ ਆਪਾਂ ਝੁਕਦੇ ਹਾਂ ਤਾਂ ਕਿ ਆਪਣਾ ਕੰਮ ਹੋ ਜਾਵੇ, ਪਰੰਤੂ ਜਦੋਂ ਅਗਲੇ ਨੂੰ ਮਤਲਬ ਹੁੰਦਾ ਹੈ ਤਾਂ ਅਸੀਂ ਆਕੜ ਕੇ ਬੈਠ ਜਾਂਦੇ ਹਾਂ। ਤਾਂ ਇਹ ਬਹੁਤ ਜ਼ਿਆਦਾ ਗਲਤ ਗੱਲ ਹੈ
ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਆ ਤੱਕੜੀ ਦਾ ਜਿਹੜਾ ਪੱਲਾ ਝੁਕਦਾ ਹੈ ਉਹੀ ਭਾਰਾ ਹੁੰਦਾ ਹੈ। ਜੇ ਤੁਸੀਂ ਆਪਣੇ ਵਿੱਚ ਗੁਣਾਂ ਦਾ ਭੰਡਾਰ ਲਿਆਉਣਾ ਚਾਹੁੰਦੇ ਹੋ, ਜੇ ਤੁਸੀਂ ਆਪਦੇ ਆਪ ਨੂੰ ਸਾਰੀ ਦੁਨੀਆ 'ਚ ਚੰਗੇ ਕਮਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਤੁਹਾਡੇ ਵਿੱਚ ਗੁਣਾਂ ਦਾ ਭੰਡਾਰ ਹੋਣਾ ਚਾਹੀਦਾ ਹੈ। ਗੁਣਾਂ ਦਾ ਭੰਡਾਰ ਹੋਊਗਾ ਤਾਂ ਹੀ ਤੁਸੀਂ ਝੁਕੋਗੇ। ਉਹ ਹੀ ਪੱਲਾ ਕਹਿੰਦੇ, ਜਿਸ ਤਰ੍ਹਾਂ ਤੱਕੜੀ ਹੈ, ਤੱਕੜੀ ਦੇ 2 ਪੱਲੇ ਹੁੰਦੇ ਹਨ ਅਤੇ ਝੁਕਦਾ ਕਿਹੜਾ ਪੱਲਾ ਹੈ? ਜਿਹਦੇ ਵਿੱਚ ਸਮਾਨ ਜ਼ਿਆਦਾ ਹੁੰਦਾ ਹੈ। ਇਸ ਕਰਕੇ ਸਾਨੂੰ ਜੇ ਆਪਣੇ 'ਚ ਗੁਣ ਹੋਣਗੇ ਤਾਂ ਸਾਨੂੰ ਝੁਕ ਕੇ ਰਹਿਣਾ ਹੀ ਪਵੇਗਾ, ਫਿਰ ਹੀ ਸਾਡੇ 'ਚ ਮਿਠਾਸ ਅਤੇ ਨਿਮਰਤਾ ਆ ਸਕਦੀ ਹੈ। ਕਿਸੇ ਵਿਅਕਤੀ ਵਿੱਚ ਜਿੰਨੇ ਜ਼ਿਆਦਾ ਗੁਣ ਹੁੰਦੇ ਹਨ ਉਹ ਓਨਾ ਹੀ ਜ਼ਿਆਦਾ ਨਿਮਰ ਹੁੰਦਾ ਹੈ, ਕਿਉਂਕਿ ਜਿਵੇਂ ਜਿਵੇਂ ਆਪਣੇ 'ਚ ਗੁਣਾਂ ਦਾ ਭੰਡਾਰ ਵੱਧਦਾ ਜਾਂਦਾ ਹੈ, ਆਪਣੇ ਵਿੱਚ ਆਪਣੇ ਆਪ ਹੀ ਨਿਮਰਤਾ ਅਤੇ ਮਿਠਾਸ ਵੱਧਦੀ ਜਾਂਦੀ ਹੈ। ਪਰ ਇਹ ਨਿਮਰਤਾ ਨਿਸ਼ਾਨਾ ਬੰਨ੍ਹਣ ਵਾਲੇ ਸ਼ਿਕਾਰੀ ਦੇ ਨਿਵਣ ਵਾਲੀ ਨਹੀਂ, ਸਗੋਂ ਮਨ ਦੀ ਨਿਮਰਤਾ ਹੋਣੀ ਚਾਹੀਦੀ ਹੈ। ਕਹਿੰਦੇ ਨਿਮਰਤਾ ਆਏ ਨਹੀਂ ਹੈ ਵੀ ਜਿਸ ਤਰ੍ਹਾਂ ਸ਼ਿਕਾਰੀ ਸ਼ਿਕਾਰ ਕਰਦਾ ਹੈ, ਸ਼ਿਕਾਰ ਕਰਨ ਲਈ ਉਹ ਝੁਕਦਾ ਹੈ, ਪਰੰਤੂ ਉਸਦੇ ਮਨ ਦੇ ਅੰਦਰ ਖੋਟ ਹੁੰਦਾ। ਖੋਟ ਕਿਸ ਚੀਜ਼ ਦਾ ਹੁੰਦਾ? ਵੀ ਮੈਂ ਸ਼ਿਕਾਰ ਕਰਨਾ ਹੈ। ਸਾਡੇ ਮਨ ਦੇ ਵਿੱਚ ਜੇ ਅਸੀਂ ਨਿਮਰਤਾ ਲਿਆਉਣੀ ਹੈ ਤਾਂ ਸਰੀਰ ਵਿੱਚ ਨਿਮਰਤਾ ਨਹੀਂ ਆਉਣੀ ਚਾਹੀਦੀ, ਬਲਕਿ ਸਾਡੇ ਮਨ ਦੇ ਹਿਰਦੇ ਵਿੱਚ ਨਿਮਰਤਾ ਆਉਣੀ ਚਾਹੀਦੀ ਹੈ। ਜੇਕਰ ਹਿਰਦੇ ਵਿੱਚ ਖੋਟ ਹੋਵੇਗਾ ਤਾਂ ਸਿਰ ਨਿਵਾ ਦੇਣ ਦਾ ਕੋਈ ਲਾਭ ਨਹੀਂ ਹੈ। ਇਸ ਤਰ੍ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਆ, ਦਿਖਾਵੇ ਦੀ ਨਹੀਂ ਸਗੋਂ ਮਨ ਦੀ ਨਿਮਰਤਾ ਧਾਰਨ ਕਰਨੀ ਦੀ ਸਿੱਖਿਆ ਦਿੰਦੇ ਹਨ। ਵੀ ਜੇ ਤੁਸੀਂ ਆਪਣੇ ਕਰਨਾ ਚਾਹੁੰਦੇ ਹੋ, ਆਪਣੇ ਮਨ ਨੂੰ ਦੁਨੀਆ ਵਿੱਚ ਚੰਗਾ ਦਿਖਾਉਣਾ ਚਾਹੁੰਦੇ ਹੋ, ਆਪਣੇ ਵਿੱਚ ਮਿਠਾਸ ਪੈਦਾ ਕਰਨਾ ਚਾਹੁੰਦੇ ਹੋ, ਤਾਂ ਸਾਨੂੰ ਸਿਰਫ ਸਰੀਰਕ ਝੁਕਣ ਦੀ ਲੋੜ ਨਹੀਂ, ਬਲਕਿ ਆਪਣੇ ਮਨ ਨੂੰ ਝੁਕਾਉਣ ਦੀ ਜ਼ਰੂਰਤ ਹੈ। ਇਹ ਬੇਟੇ ਆਪਣਾ ਜਿਹੜੀ ਕਵਿਤਾ ਸੀਗੀ ਸਿੰਮਲ ਰੁੱਖ ਸਰੈਰਾ, ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਇਹ ਕਵਿਤਾ ਦੇ ਪ੍ਰਸ਼ਨ ਉੱਤਰ ਵੀ ਆਪਾਂ ਕਰ ਲਏ ਹੈ। ਅਤੇ ਆਪਾਂ ਜਿਹੜਾ ਪਿਛਲੇ ਜਮਾਤ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਆਪਾਂ ਇਹ ਕਵਿਤਾ ਕੀਤੀ ਸੀ ਸਿੰਮਲ ਰੁੱਖ ਸਰੈਰਾ। ਇਹਦੇ ਵਿੱਚ ਤੁਸੀਂ ਸਾਰੀ ਕਵਿਤਾ ਨੂੰ ਜਿਹੜੇ ਇਹਦੇ 2 ਹੈਗੇ ਕਾਵ ਟੁਕੜੇ ਹੈ, ਇੱਕ ਤਾਂ ਸਿੰਮਲ ਰੁੱਖ ਸਰੈਰਾ ਅਤੇ ਦੀਰਘ ਅਧਿ ਮਚ, ਇੱਕ ਹੈ ਸਭ ਕੋ ਨੀਵੇਂ ਆਪ ਕੋ ਪਰ ਕੋ ਨੀਵੇਂ ਨਾ ਕੋਈ। ਇਹ ਦੋਨੋਂ ਪੈਰਿਆਂ ਦੇ ਪਹਿਲਾਂ ਭਾਵ ਅਰਥ ਨੂੰ ਚੰਗੀ ਤਰ੍ਹਾਂ ਸਮਝਣਾ ਹੈ। ਜਦੋਂ ਤੁਸੀਂ ਭਾਵ ਅਰਥ ਚੰਗੀ ਤਰ੍ਹਾਂ ਸਮਝ ਗਏ ਤਾਂ ਤੁਹਾਨੂੰ ਇਸ ਚੀਜ਼ ਦਾ ਪਤਾ ਚੱਲ ਜਾਏਗਾ ਵੀ ਇਹਨਾਂ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਕੀ ਕਹਿਣਾ ਚਾਹੁੰਦੇ ਹਨ। ਜਦੋਂ ਤੁਹਾਨੂੰ ਇੱਕ ਲਾਈਨ ਦਾ ਮਤਲਬ ਪਤਾ ਚੱਲ ਗਿਆ ਤਾਂ ਤੁਸੀਂ ਉਹਨਾਂ ਦੇ ਪ੍ਰਸ਼ਨ ਉੱਤਰ ਕੋਈ ਵੀ ਆ ਜਾਏ, ਕਿਸੇ ਪਾਸੋਂ ਆ ਜਾਏ, ਤੁਸੀਂ ਉਹਨਾਂ ਦੇ ਆਨਸਰ ਆਪਣੇ ਆਪ ਹੀ ਦੇ ਸਕਦੇ ਹੋ। ਅਤੇ ਇਹਨਾਂ ਦੇ ਜਦੋਂ ਇਸ ਚੈਪਟਰ ਨੂੰ ਧਿਆਨ ਨਾਲ ਪੜ੍ਹ ਲਿਆ ਅਤੇ ਤੁਸੀਂ ਉਸਦੀ ਜਿੰਨਾ ਉਹਨੂੰ ਪੜ੍ਹੋਗੇ ਉਨੀ ਤੁਹਾਨੂੰ ਰਿਵੀਜ਼ਨ ਹੋਊਗੀ, ਉਨਾ ਹੀ ਤੁਸੀਂ ਉਹਨਾਂ ਦੇ ਪ੍ਰਸ਼ਨਾਂ ਦੇ ਉੱਤਰ ਚੰਗੇ ਤਰੀਕੇ ਨਾਲ ਦੇ ਸਕਦੇ ਹੋ। ਤਾਂ ਇਸ ਤੋਂ ਬਾਅਦ ਆਪਣੇ ਕਾਵ ਟੁਕੜੇ ਜਿਹੜੇ ਹੈ, ਇੱਕ ਤਾਂ ਸਭ ਤੋਂ ਪਹਿਲਾਂ ਆਪਾਂ ਕੀਤਾ ਸੀ ਬਾਬਾ ਸ਼ੇਖ ਫਰੀਦ ਜੀ ਦੇ ਕੀਤੇ ਸੀ ਸ਼ਲੋਕ, ਅਤੇ ਦੂਸਰੇ ਨੰਬਰ 'ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਆਪਾਂ ਕਵਿਤਾ ਕੀਤੀ ਹੈ। ਤੁਹਾਡੇ ਸਿਲੇਬਸ ਦੇ ਵਿੱਚ 2 ਕਵਿਤਾਵਾਂ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ, ਇੱਕ ਤਾਂ ਹੈ ਸਿੰਮਲ ਰੁੱਖ ਸਰੈਰਾ, ਇੱਕ ਹੈ ਦੁੱਖ ਦਾਰੂ ਸੁਖ ਰੋਗ ਪਿਆ। ਦੁੱਖ ਦਾਰੂ ਸੁਖ ਰੋਗ ਪਿਆ ਤੁਹਾਡੇ ਸਿਲੇਬਸ ਵਿੱਚ ਨਹੀਂ, ਇਸ ਕਰਕੇ ਇਸ ਨੂੰ ਕ੍ਰੋਸ ਲਗਾ ਦਿਓ। ਇਸ ਕਰਕੇ ਇਹ ਚੀਜ਼ ਨਹੀਂ ਆਉਣੀ, ਸਿਰਫ ਪਹਿਲੀ ਕਵਿਤਾ ਤੁਹਾਨੂੰ ਆਉਣੀ ਹੈ ਸਿੰਮਲ ਰੁੱਖ ਸਰੈਰਾ। ਇਹ ਤੁਸੀਂ ਕਵਿਤਾ ਜਿਹੜੀ ਹੈ ਉਹਨੂੰ ਕਰਨਾ ਹੈ ਅਤੇ ਇਸ ਦੀ ਆਪਾਂ ਸਿਰਫ ਪ੍ਰਸ਼ਨ ਉੱਤਰ ਕਰਨੇ ਹੈ। ਤੁਹਾਡੇ ਸਿਲੇਬਸ ਦੇ ਮੁਤਾਬਕ ਤੁਹਾਡੀਆਂ 2 ਕਵਿਤਾਵਾਂ ਹੋ ਗਈਆਂ, ਬਾਬਾ ਸ਼ੇਖ ਫਰੀਦ ਜੀ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਕਵਿਤਾਵਾਂ। ਬਾਕੀ ਜਿਹੜੀਆਂ ਅਗਲੀਆਂ ਕਵਿਤਾਵਾਂ ਆਪਾਂ ਅਗਲੀ ਕਲਾਸ ਵਿੱਚ ਕਰਾਂਗੇ। ਬੇਟੇ ਜਿਹੜੇ ਹੁਣ ਤੁਹਾਡੇ ਪੀਰੀਓਡਿਕ ਟੈਸਟ ਹੋਣਗੇ, ਤਾਂ ਪੀਰੀਓਡਿਕ ਟੈਸਟ ਦੇ ਵਿੱਚ ਜਿਹੜਾ ਤੁਹਾਡਾ ਪੰਜਾਬੀ ਦਾ ਟੈਸਟ ਹੈ ਉਹ 31 ਤਰੀਕ ਦਾ ਹੈ, ਅਤੇ ਸਿਲੇਬਸ ਤੁਹਾਨੂੰ ਇਸ ਬਾਰੇ ਤੁਹਾਨੂੰ ਦੱਸ ਹੀ ਦਿੱਤਾ ਹੈ ਕਿ ਉਹਦੇ 'ਚ ਸਿਲੇਬਸ ਤੁਹਾਨੂੰ 3 ਚੈਪਟਰ ਆਉਣਗੇ ਸਾਹਿਤਕ ਰੰਗ ਦੇ। ਸਾਹਿਤਕ ਰੰਗ ਦੇ 3 ਚੈਪਟਰ, ਪਹਿਲੀ 2 ਕਹਾਣੀਆਂ ਆਉਣਗੀਆਂ ਅਤੇ ਇੱਕ ਇਕਾਂਗੀ ਆਏਗੀ। ਪਹਿਲੀ ਕਹਾਣੀ ਆਏਗੀ ਤੁਹਾਨੂੰ ਇੱਕ ਸਧਾਰਨ ਆਦਮੀ, ਦੂਸਰੀ ਕਹਾਣੀ ਆਏਗੀ ਤੁਹਾਨੂੰ ਦੁੱਧ ਅਤੇ ਪੁੱਤ, ਅਤੇ ਤੀਸਰੀ ਇਕਾਂਗੀ ਆਏਗੀ ਤੁਹਾਨੂੰ ਕਿਰਤ ਦਾ ਸਤਿਕਾਰ। ਇਹ 3 ਚੈਪਟਰਾਂ ਨੂੰ ਤੁਸੀਂ ਧਿਆਨ ਨਾਲ ਪੜ੍ਹਨਾ ਹੈ, ਕਿਉਂਕਿ ਸਾਰੇ ਚੈਪਟਰ ਦੇ ਵਿੱਚੋਂ ਕੋਈ ਵੀ ਛੋਟਾ ਕੁਐਸਚਨ ਤੁਹਾਨੂੰ ਆ ਸਕਦਾ ਹੈ। ਅਤੇ ਇਹਦੇ ਵਿੱਚ ਇੱਕ ਕਹਾਣੀ ਜਿਹੜੀ ਸੀਗੀ ਪਰਦੇਸ ਨਾ ਤੋਂ ਤੋਰੀ ਬਾਬਲਾ, ਉਹ ਆਪਣੇ ਸਿਲੇਬਸ ਦੇ ਵਿੱਚੋਂ ਕੱਟੀ ਗਈ ਹੈ, ਜਿਸ ਕਰਕੇ ਇਹ ਕਹਾਣੀ ਤੁਹਾਨੂੰ ਕਰਨ ਦੀ ਨਹੀਂ ਜ਼ਰੂਰਤ। ਤੁਸੀਂ ਆਪਣੇ ਸਿਲੇਬਸ ਦੇ ਮੁਤਾਬਕ ਜਿਵੇਂ ਤੁਹਾਡਾ ਟੈਸਟ ਹੈ, ਤੁਹਾਨੂੰ ਸਿਲੇਬਸ ਸਾਰੇ ਬੱਚਿਆਂ ਨੂੰ ਪਹੁੰਚ ਗਿਆ ਹੋਣਾ, ਉਹ ਤੁਸੀਂ ਕਰਕੇ ਆਉਣੇ ਹੈ 2 ਕਹਾਣੀਆਂ ਅਤੇ ਇੱਕ ਇਕਾਂਗੀ। ਉਹਨੂੰ ਚੰਗੀ ਤਰ੍ਹਾਂ ਪੜ੍ਹ ਕੇ ਅਤੇ ਉਹਨਾਂ ਨੂੰ ਪ੍ਰਸ਼ਨ ਉੱਤਰਾਂ ਨੂੰ ਧਿਆਨ ਨਾਲ ਪੜ੍ਹ ਲਈਓ, ਤਾਂ ਕਿ ਤੁਹਾਡਾ ਟੈਸਟ ਤੁਸੀਂ ਵਧੀਆ ਤਰੀਕੇ ਦੇ ਨਾਲ ਕਰ ਸਕੋ। ਇਸ ਦੇ ਨਾਲ ਨਾਲ ਹੀ ਆਪਾਂ ਸਾਹਿਤਕ ਕਿਰਨਾਂ ਦੀ ਵੀ ਆਪਾਂ ਜਿਹੜੀ ਹੈ ਜੋ ਤੁਹਾਨੂੰ ਚੱਲ ਰਿਹਾ ਹੈ, ਉਹ ਤੁਸੀਂ ਆਪਾਂ ਨਾਲੋਂ ਨਾਲ ਉਹਨੂੰ ਪੜ੍ਹੀ ਜਾਣਾ, ਤਾਂ ਕਿ ਆਪਾਂ ਨੂੰ ਬਾਅਦ ਵਿੱਚ ਇਸ ਦੀ ਸਮਝਣ ਦੇ ਵਿੱਚ ਕੋਈ ਤਕਲੀਫ ਮਹਿਸੂਸ ਨਾ ਹੋਵੇ। ਤਾਂ ਮੈਂ ਇਸ ਦੇ ਪ੍ਰਸ਼ਨ ਉੱਤਰ ਤੁਹਾਨੂੰ ਵਟਸਐਪ 'ਤੇ ਭੇਜ ਦੂੰਗੀ। ਫਿਰ ਵੀ ਕਿਸੇ ਵੀ ਬੱਚੇ ਨੂੰ ਕੋਈ ਵੀ ਪ੍ਰੋਬਲਮ ਹੋਈ ਤਾਂ ਉਹ ਪੁੱਛ ਸਕਦਾ ਹੈ। ਇਸ ਚੈਪਟਰ ਨੂੰ, ਇਸ ਕਵਿਤਾਵਾਂ ਨੂੰ ਅਤੇ ਇਹਨਾਂ ਦੇ ਪ੍ਰਸ਼ਨ ਉੱਤਰਾਂ ਨੂੰ ਤੁਸੀਂ ਧਿਆਨ ਦੇ ਨਾਲ ਪੜ੍ਹਨਾ ਹੈ ਅਤੇ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਧੰਨਵਾਦ ਬੇਟੇ।